ਅੱਜ ਮੈਂ ਤੁਹਾਨੂੰ ਕਾਰਤਕ ਮਹੀਨੇ ਦੀ ਕਥਾ ਸੁਣਾਵਾਂਗੀ। ਕਾਰਤਕ ਮਹੀਨੇ ਦੇ ਵਿੱਚ ਹਿੰਦੂ ਧਰਮ ਵਿੱਚ ਕੀ ਮਹੱਤਤਾ ਹੈ। ਇਸ ਮਹੀਨੇ ਵਿੱਚ ਜੋ ਵੀ ਕੋਈ ਪ੍ਰਾਣੀ ਪੰਡਤ ਨੂੰ ਅੰਨ ਦਾਨ, ਵਸਤਰ ਦਾਨ, ਗਊ ਦਾਨ ਕਰਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ। ਕਾਰਤਕ ਦੇ ਮਹੀਨੇ ਪਹਿਲੇ ਦਿਨ ਤੋਂ ਹੀ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਮੰਦਰ ਜਾਵੇ, ਪੂਜਾ ਕਰਕੇ ਪੰਡਤ ਜੀ ਕੋਲੋਂ ਕਾਰਤਕ ਮਹੀਨੇ ਦੀ ਕਹਾਣੀ ਸੁਣੇ। ਇਹ ਕਹਾਣੀ ਇਸ ਪ੍ਰਕਾਰ ਹੈ ਜੋ ਸਾਨੂੰ ਸਾਡੇ ਬਜ਼ੁਰਗ ਸੁਣਾਇਆ ਕਰਦੇ ਹੁੰਦੇ ਸੀ। ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਬੁੜੇ ਬਜ਼ੁਰਗ ਦੇ 2 ਬੇਟੇ ਤੇ 2 ਬਹੂਆਂ ਸਨ। ਦੋਨੇ ਹੀ ਉਸ ਦੀ ਬਹੁਤ ਸੇਵਾ ਕਰਦੀਆਂ ਸਨ। ਇੱਕ ਵਾਰੀ ਕਾਰਤਕ ਮਹੀਨਾ ਆਇਆ ਤੇ ਸਹੁਰੇ ਨੇ ਆਪਣੀ ਦੋਨੋਂ ਬਹੂਆਂ ਨੂੰ ਬੁਲਾ ਕੇ ਕਿਹਾ ਕਿ ਮੈਂ ਕਾਰਤਕ ਮਹੀਨੇ ਦੀ ਇਸ਼ਨਾਨ ਕਰਨਾ ਚਾਹੁੰਦਾ ਹਾਂ। ਤੇ ਬੜੀ ਬਹੂ ਨੇ ਸੁਣਦੇ ਹੀ ਮਨਾ ਕਰ ਦਿੱਤਾ ਕਿ ਇਹ ਕੰਮ ਕਾਰਤਕ ਮਹੀਨੇ ਦਾ ਮੇਰੇ ਕੋਲ ਨਹੀਂ ਹੋਣਾ। ਤੇ ਜਦੋਂ ਉਹ ਦੂਸਰੀ ਛੋਟੀ ਬਹੂ ਨੂੰ ਪੁੱਛਣ ਲਈ ਛੋਟੀ ਬਹੂ ਕੋਲ ਜਾਂਦਾ ਹੈ ਤੇ ਉਸਨੇ ਹਾਂ ਕਰ ਦਿੱਤੀ। ਛੋਟੀ ਬਹੂ ਇੱਕ ਘਰੇਲੂ ਪਰਿਵਾਰ ਦੀ ਸੀ ਤੇ ਬਹੁਤ ਹੀ ਚੰਗੇ ਸੁਭਾਅ ਦੀ, ਮਿੱਠਾ ਬੋਲਣ ਵਾਲੀ ਸੀ। ਉਸਨੇ ਕਿਹਾ ਕਿ ਪਿਤਾ ਜੀ ਇਹ ਸੇਵਾ ਮੈਂ ਕਰਾਂਗੀ। ਉਹ ਰੋਜ਼ ਸਵੇਰੇ ਤੜਕੇ ਉੱਠ ਕੇ ਖੂਹ ਤੋਂ ਪਾਣੀ ਭਰਨ ਜਾਂਦੀ। ਪਿਤਾ ਜੀ ਨੇ ਕਿਹਾ ਕਿ ਬੇਟੀ ਮੇਰੇ ਨਹਾਉਣ ਵਾਸਤੇ ਪਾਣੀ ਭਰ ਦੇਣਾ, ਧੋਤੀ ਧੋ ਦੇਣਾ ਤੇ ਮੇਰੇ ਵਾਸਤੇ ਦੁਪਹਿਰ ਦਾ ਭੋਜਨ ਬਣਾ ਦੇਣਾ। ਉਹ ਸਵੇਰੇ ਉੱਠਦੀ, ਖੂਹੇ ਤੋਂ ਪਾਣੀ ਭਰਨ ਜਾਂਦੀ, ਉਸਦੀ ਧੋਤੀ ਧੋਂਦੀ ਤੇ ਗਰਮ ਗਰਮ ਖਾਣਾ ਬਣਾ ਕੇ ਦਿੰਦੀ। ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ। ਜਦੋਂ ਉਹ ਧੋਤੀ ਨੂੰ ਸੁਕਾਉਣ ਵਾਸਤੇ ਪਾਉਂਦੀ ਤਾਂ ਧੋਤੀ ਵਿੱਚੋਂ ਜਿਹੜੀਆਂ ਬੂੰਦਾਂ ਜ਼ਮੀਨ 'ਤੇ ਗਿਰਦੀਆਂ ਉਹ ਮੋਤੀ, ਸੋਨੇ ਮੋਤੀ ਦੇ ਰੂਪ ਵਿੱਚ ਦਿਸਣ ਲੱਗਦੀਆਂ। ਛੋਟੀ ਬਹੂ ਬਹੁਤ ਹੀ ਭੋਲੀ ਸੀ ਤੇ ਉਹ ਇਹ ਗੱਲ ਸਮਝ ਨਾ ਸਕੀ। ਉਹ ਸਵੇਰੇ ਉੱਠਦੀ, ਝਾੜੂ ਨਾਲ ਸਾਰੇ ਮੋਤੀ ਇਕੱਠੇ ਕਰਕੇ ਇੱਕ ਖੂੰਜੇ ਵਿੱਚ ਰੱਖ ਦਿੰਦੀ। ਇਸ ਤਰ੍ਹਾਂ 1 ਮਹੀਨਾ ਬੀਤ ਗਿਆ ਤੇ ਸਹੁਰੇ ਨੇ ਬਹੂ ਨੂੰ ਕਿਹਾ ਕਿ ਅੱਜ ਮੈਂ ਬ੍ਰਾਹਮਣਾਂ ਨੂੰ ਭੋਜਨ ਕਰਾਉਣਾ ਤੇ ਆਪ ਖੇਤਾਂ ਵਿੱਚ ਚਲੇ ਗਏ। ਬਹੂ ਨੇ ਕਿਹਾ ਕਿ ਪਿਤਾ ਜੀ ਮੈਂ ਪੰਡਤਾਂ ਦਾ ਖਾਣਾ ਤਿਆਰ ਕਰਕੇ ਆਪ ਜੀ ਨੂੰ ਖੇਤਾਂ ਵਿੱਚੋਂ ਬੁਲਾ ਕੇ ਲੈ ਆਵਾਂਗੀ। ਪਿਤਾ ਜੀ ਖੇਤਾਂ ਵਿੱਚੋਂ ਘਰ ਆ ਜਾਂਦੇ ਹਨ ਤੇ ਛੋਟੀ ਬਹੂ ਖੇਤਾਂ ਦੀ ਰਖਵਾਲੀ ਕਰਨ ਲਈ ਉੱਥੇ ਬੈਠ ਜਾਂਦੀ ਹੈ ਕਿ ਬ੍ਰਾਹਮਣਾਂ ਨੂੰ ਤੇ ਭੋਜਨ ਖਵਾ ਰਹੇ ਹੋ ਤੇ ਖੇਤਾਂ ਵਿੱਚ ਚਿੜੀਆਂ ਉਡਾ ਰਹੇ ਹੋ। ਇਹ ਸੋਚ ਕੇ ਉਸਨੇ ਕਿਹਾ ਕਿ ਰਾਮ ਜੀ ਕੀ ਚਿੜੀਆਂ, ਰਾਮ ਜੀ का खेत। ਇਹ ਸੋਚ ਕੇ ਉਸਨੇ ਜਾਨਵਰਾਂ ਚਿੜੀਆਂ ਨੂੰ ਚੋਗਾ ਚੁਗਣ ਦਿੱਤਾ ਤੇ ਆਪ ਚਾਦਰ ਵਿਛਾ ਕੇ ਉੱਥੇ ਸੌਂ ਗਈ। ਚਿੜੀਆਂ ਦਾਣੇ ਚੁਗੀ ਜਾਂਦੀਆਂ ਤੇ ਜਿਹੜੇ ਵੀ ਦਾਣੇ ਜ਼ਮੀਨ 'ਤੇ ਡਿੱਗਦੀਆਂ ਉਹ ਸੋਨੇ ਤੇ ਹੀਰੇ ਬਣ ਜਾਂਦੇ। ਸਾਰਾ ਖੇਤ ਸੁਨਹਿਰੀ ਹੋ ਜਾਂਦਾ ਤੇ ਜਗਮਗ ਕਰਨ ਲੱਗਾ। ਜਦੋਂ ਵੱਡੇ ਬੇਟੇ ਕੋਲ ਰਿਹਾ ਨਾ ਗਿਆ ਤਾਂ ਉਹ ਉਸਨੇ ਪੁੱਛਿਆ ਕਿ ਪਿਤਾ ਜੀ ਇਸ ਦਾ ਕੀ ਕਾਰਨ ਹੈ। ਪਿਤਾ ਜੀ ਨੇ ਦੱਸਿਆ ਕਿ ਇਹ ਸਭ ਕਾਰਤਕ ਮਹੀਨੇ ਦਾ ਹੀ ਫਲ ਹੈ। ਜਦੋਂ ਵੱਡਾ ਬੇਟਾ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਪਤਨੀ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਤੇ ਉਹ ਮਨ ਹੀ ਮਨ ਵਿੱਚ ਸੋਚਦਾ ਰਹਿੰਦਾ ਹੈ ਕਿ ਪਿਤਾ ਜੀ ਨੇ ਪਹਿਲੇ ਮੈਨੂੰ ਕਿਹਾ ਸੀ। ਬਹੁਤ ਪਛਤਾਉਂਦੀ ਹੈ। ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ। ਜਦੋਂ ਅਗਲੇ ਸਾਲ ਕਾਰਤਕ ਮਹੀਨਾ ਆਉਂਦਾ ਹੈ ਤਾਂ ਉਹ ਆਪਣੇ ਸਹੁਰੇ ਨੂੰ ਪੁੱਛਦੀ ਹੈ ਕਿ ਪਿਤਾ ਜੀ ਇਸ ਸਾਲ ਕਾਰਤਕ ਮਹੀਨਾ ਇਸ਼ਨਾਨ ਨਹੀਂ ਕਰਨਾ। ਤਾਂ ਪਿਤਾ ਜੀ ਨੇ ਕਿਹਾ ਕਿ ਮੈਂ ਹੁਣ ਬੁੜਾ ਹੋ ਗਿਆ ਹਾਂ, ਇਸ ਸਾਲ ਮੈਂ ਕਾਰਤਕ ਮਹੀਨਾ ਇਸ਼ਨਾਨ ਨਹੀਂ ਕਰਨਾ ਚਾਹੁੰਦਾ। ਇਹ ਗੱਲ ਸੁਣ ਕੇ ਉਹ ਚਿੜਚਿੜਾ ਕਰਦੀ ਤੇ ਗੁੱਸਾ ਕਰਦੀ ਤੇ ਕਹਿੰਦੀ ਪਿਤਾ ਜੀ ਆਪਣੇ ਛੋਟੀ ਬਹੂ ਨੂੰ ਤੇ ਮਾਲ ਕਰ ਦਿੱਤਾ, ਹੁਣ ਮੇਰੀ ਵਾਰੀ ਹੈ। ਤੇ ਉਸਦੇ ਕਹਿਣ ਤੇ ਪਿਤਾ ਜੀ ਨੇ ਹਾਂ ਕਰ ਦਿੱਤੀ ਤੇ ਸੋਚਦੇ ਹੀ ਹਾਂ ਕਰ ਦਿੱਤੀ। ਹੁਣ ਵੱਡੀ ਬਹੂ ਹੀਰੇ ਮੋਤੀ ਦੇ ਲਾਲਚ ਵਿੱਚ ਆ ਕੇ ਸਵੇਰੇ ਉੱਠਦੀ, ਖੂਹ ਤੋਂ ਪਾਣੀ ਭਰ ਕੇ ਪਿਤਾ ਜੀ ਵਾਸਤੇ ਰੱਖਦੀ ਤੇ ਉਸਦੀ ਧੋਤੀ ਬਿਨਾਂ ਨਿਚੋੜੇ ਸੁਕਾਉਣ ਵਾਸਤੇ ਟੰਗ ਦਿੰਦੀ ਤਾਂ ਕਿ ਪਾਣੀ ਜ਼ਿਆਦਾ ਜ਼ਮੀਨ 'ਤੇ ਗਿਰੇ ਤੇ ਹੀਰੇ ਮੋਤੀ ਜ਼ਿਆਦਾ ਇਕੱਠੇ ਹੋਣ। ਉਸ ਪਾਣੀ ਨਾਲ ਹੀਰੇ ਮੋਤੀ ਤਾਂ ਨਹੀਂ ਬਣੇ ਬਲਕਿ ਜ਼ਮੀਨ ਵਿੱਚ ਛੋਟੇ ਛੋਟੇ ਟੋਏ ਬਣ ਗਏ। ਇੱਧਰ ਕਾਰਤਕ ਮਹੀਨਾ ਵੀ ਖਤਮ ਹੋਣ ਲੱਗਾ ਤੇ ਬਹੂ ਨੇ ਕਿਹਾ ਪਿਤਾ ਜੀ ਇੱਕ ਬ੍ਰਾਹਮਣ ਨੂੰ ਬੁਲਾ ਕੇ ਭੋਜਨ ਖਵਾ ਦਿੰਦੇ ਹਾਂ। ਪਿਤਾ ਜੀ ਨੂੰ ਬੁਲਾਉਣ ਵਾਸਤੇ ਉਹ ਖੇਤਾਂ ਵਿੱਚ ਚਲੇ ਜਾਂਦੀ ਤੇ ਆਪ ਖੇਤਾਂ ਦੀ ਰਖਵਾਲੀ ਵਾਸਤੇ ਉੱਥੇ ਬੈਠ ਜਾਂਦੀ। ਜਦੋਂ ਵੀ ਕੋਈ ਚਿੜੀਆਂ ਦਾਣਾ ਚੁਗਣ ਵਾਸਤੇ ਆਉਂਦੀਆਂ ਤੇ ਉਸ ਨੂੰ
ਉਡਾ ਦਿੰਦੀ। ਤੇ ਉਸਨੇ ਕਿਹਾ ਕਿ ਇਹ ਦਾਣੇ ਸਾਰੇ ਹੀਰੇ ਮੋਤੀ ਬਣ ਜਾਣਗੇ। ਸ਼ਾਮ ਹੋਣ ਤੱਕ ਜਦੋਂ ਕੋਈ ਵੀ ਹੀਰੇ ਮੋਤੀ ਬਣਨ ਦੀ ਬਜਾਏ ਸਾਰਾ ਖੇਤ ਚਿੜੀਆਂ ਨੇ ਚੁਗ ਲਿਆ ਤੇ ਖੇਤ ਖਾਲੀ ਹੋ ਗਿਆ, ਕੋਈ ਵੀ ਦਾਣਾ ਨਾ ਰਿਹਾ। ਇਹ ਦੇਖ ਕੇ ਵੱਡੀ ਬਹੂ ਪਿਤਾ ਜੀ ਨਾਲ ਲੜਨ ਜਾਂਦੀ। ਪਿਤਾ ਜੀ ਨੇ ਕਿਹਾ ਕਿ ਇਹ ਤੂੰ ਦੇਖੋ ਦੇਖੀ ਪੈਸੇ ਦੇ ਲਾਲਚ ਵਿੱਚ ਆ ਕੇ ਮੇਰੀ ਸੇਵਾ ਕੀਤੀ, ਜਦ ਕਿ ਛੋਟੀ ਬਹੂ ਨੇ ਮੇਰੀ ਸੱਚੇ ਹਿਰਦੇ ਨਾਲ ਤਨ ਮਨ ਤਨ ਲਾ ਕੇ ਸੇਵਾ ਕੀਤੀ। ਉਸ ਨੂੰ ਸੱਚੀ ਮਿਹਨਤ ਦਾ ਫਲ ਮਿਲਿਆ। ਕਾਰਤਿਕ ਮਹਾਰਾਜ ਜੀ ਨੇ ਉਸ 'ਤੇ ਕਿਰਪਾ ਕਰਕੇ ਸੱਚੇ ਮਨ ਨਾਲ ਮੇਰੀ ਸੇਵਾ ਕੀਤੀ ਸੀ, ਇਸ ਕਰਕੇ ਉਸ ਦੀ ਸੇਵਾ ਕੀਤੀ ਸੀ। ਕਾਰਤਿਕ ਮਹਾਰਾਜ ਨੇ ਉਸ 'ਤੇ ਕਿਰਪਾ ਕੀਤੀ, ਤੂੰ ਸੱਚੇ ਮਨ ਨਾਲ ਮੇਰੀ ਸੇਵਾ ਨਹੀਂ ਕੀਤੀ, ਇਸ ਕਰਕੇ ਤੇਰੀ ਫਸਲ ਵੀ ਖਰਾਬ ਹੋ ਗਈ। ਜੈਸੇ ਛੋਟੀ ਬਹੂ 'ਤੇ ਕਾਰਤਿਕ ਮਹਾਰਾਜ ਨੇ ਕਿਰਪਾ ਕੀਤੀ, ਇਸ ਤਰ੍ਹਾਂ ਕਾਰਤਿਕ ਮਹਾਰਾਜ ਸਭ 'ਤੇ ਕਿਰਪਾ ਕਰਨ। ਜਿਸ ਤਰ੍ਹਾਂ ਵੱਡੀ ਬਹੂ ਨਾਲ ਹੋਈ, ਇਸ ਤਰ੍ਹਾਂ ਕਿਸੇ ਨਾਲ ਨਾ ਹੋਵੇ। ਜੋ ਵੀ ਇਸ ਕਥਾ ਨੂੰ ਪੜ੍ਹੇ ਸੁਣੇ, ਉਹਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਤੇ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਤੇ ਕਾਰਤਿਕ ਮਹਾਰਾਜ ਮਹੀਨੇ ਵਿੱਚ ਦਾਨ ਇਸ਼ਨਾਨ ਜੋ ਵੀ ਕਰੇ ਉਹ ਸਦਾ ਸੁਖੀ ਰਹੇ। ਮੇਰੇ ਵੱਲੋਂ ਸਾਰਿਆਂ ਨੂੰ ਕਾਰਤਿਕ ਮਹੀਨੇ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਹੋਣ।